ਅੱਗੇ ਚੱਲਣ ਲਈ ਹੈ ਸਾਡੇ ਲਈ। ਇਹ ਮੈਡਲਸ ਹੈ ਸਾਨੂੰ ਇੱਕ, ਅਸੀਂ ਰੋਜ਼ ਇਹਨਾਂ ਨੂੰ ਦੇਖਦੇ ਹਾਂ, ਸਾਨੂੰ ਇਹ ਉਤਸ਼ਾਹ ਦਿੰਦੇ ਹੈ ਕਿ ਅੱਗੇ ਹੁਣ ਨੈਕਸਟ ਕਦੋਂ ਹੈ। ਪਰ ਜਦੋਂ ਇਹੋ ਜਿਹਾ ਕੁਛ ਹੋ ਜਾਂਦਾ ਹੈ, ਇੱਕ ਧੱਕਾ ਤਾਂ ਲੱਗਦਾ ਹੈ ਕਿ ਜੇ ਸਾਡੇ ਨਾਲ ਤਾਂ ਬੱਚਿਆਂ ਨਾਲ ਕੀ ਹੁੰਦਾ ਹੋਊਗਾ। ਮਨ ਬਹੁਤ ਔਖਾ ਹੁੰਦਾ ਹੈ ਕਿ ਆਪਾਂ ਚੰਡੀਗੜ੍ਹ ਕਹਿੰਦੇ ਬਿਊਟੀਫੁਲ ਸਿਟੀ ਹੈ, ਇੱਥੇ ਆ ਹੈ, ਉੱਥੇ ਉਹ ਹੈ। ਇੱਕ ਬੇਸਿਕ ਚੀਜ਼ ਹੈ, ਇੱਕ ਟਰੈਕਸ ਹੈ ਜਿਹੜੇ ਉਹ ਤੁਸੀਂ ਨਹੀਂ। ਸੈਡ ਪਾਰਟ ਤਾਂ ਇਹ ਹੈ ਕਿ ਜਦੋਂ ਵੱਡੇ ਹੋ ਜਾਂਦੇ ਆ, ਮਾਸਟਰ ਐਥਲੀਟ ਕਹਾਉਂਦੇ ਆ, ਤਾਂ ਉਦੋਂ ਨਹੀਂ ਸਾਨੂੰ ਕੋਈ ਮਤਲਬ ਸਿਖਾਉਂਦਾ। ਜਦੋਂ ਰਿਜ਼ਲਟ ਡਿਕਲੇਅਰ ਹੋਇਆ ਤੇ ਮੇਰਾ ਤਾਂ ਰੋਣ ਹੀ ਨਿਕਲ ਗਿਆ। ਇਹ ਕੋਈ ਇਹ ਨਹੀਂ ਹੁੰਦਾ ਕਿ ਹੁਣ ਹਰ ਇੱਕ ਚੀਜ਼ ਦਾ ਹੱਲ ਕੋਈ ਧਰਨੇ ਲਾ ਕੇ ਹੀ ਹੁੰਦਾ। ਜਦੋਂ ਮੈਂ ਦੇਖਿਆ ਉੱਥੇ ਤਾਂ ਵਰਲਡ ਕਲਾਸ ਸੀਗਾ ਟਰੈਕ, ਮੈਨੂੰ ਤਾਂ ਇੰਝ ਲੱਗਿਆ ਕਿ ਇੱਥੇ ਭੱਜ ਹੀ ਨਹੀਂ ਸਕਦੇ, ਕਿਉਂਕਿ ਬਿਨਾਂ ਪ੍ਰੈਕਟਿਸ ਤੋਂ ਤੁਸੀਂ ਇੱਕਦਮ ਇੱਥੇ ਕੱਚੇ ਚੋਂ ਤੇ ਉੱਥੇ ਜਾ ਕੇ। ਬੇਹਿੰਮਤੇ ਨੇ ਉਹ ਜੋ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਤਾਂ ਉੱਗੀ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ। ਮੰਜ਼ਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੀ, ਜੋ ਘਰੋਂ ਬਣਾ ਕੇ ਟੁਰਦੇ ਨਕਸ਼ਾ ਸਫ਼ਰਾਂ ਦਾ। ਲਫ਼ਜ਼ੋ ਜ਼ਿੰਦਗੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਹਾਂ। ਦਰਸ਼ਕੋ, ਕੋਈ ਵੀ ਇਨਸਾਨ ਕਾਮਯਾਬ ਤਾਂ ਹੀ ਹੁੰਦਾ ਹੈ ਜੇਕਰ ਉਸ ਦੇ ਵਿੱਚ ਹੌਸਲਾ ਤੇ ਜਜ਼ਬਾ ਹੋਵੇ। ਅੱਜ ਅਸੀਂ ਜਿਸ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ, ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ, ਪਰ ਉਹਨਾਂ ਅੱਗੇ ਉਹਨਾਂ ਨੇ ਹਾਰ ਨਹੀਂ ਮੰਨੀ ਤੇ ਉਹਨਾਂ ਨੇ ਆਪਣਾ ਖੇਡ ਸਫ਼ਰ ਸ਼ੁਰੂ ਕੀਤਾ। ਅੱਜ ਕੱਲ੍ਹ ਉਹ ਦੇ ਵਿੱਚ ਤੇ ਡਿਸਕਸ ਥਰੋ ਤੇ ਸ਼ਾਟਪੁੱਟ ਦੇ ਵਿੱਚ ਹਿੱਸਾ ਲੈਂਦੇ ਆ। ਹਾਲ ਹੀ ਦੇ ਵਿੱਚ ਕੇਰਲਾ ਵਿੱਚ ਹੋਈਆਂ ਖੇਡਾਂ ਦੇ ਵਿੱਚ ਉਹਨਾਂ ਨੇ ਡਿਸਕਸ ਥਰੋ ਦੇ ਵਿੱਚ ਸੋਨ ਤਗਮਾ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਸ਼ਾਟਪੁੱਟ ਦੇ ਵਿੱਚ ਚੌਥਾ ਸਥਾਨ ਹਾਸਲ ਕੀਤਾ ਹੈ। ਆਓ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ ਤੇ ਉਹਨਾਂ ਦੇ ਇਸ ਸਫ਼ਰ ਬਾਰੇ ਜਾਣਦੇ ਹਾਂ। ਮੈਮ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ ਮੈਮ, ਸਭ ਤੋਂ ਪਹਿਲਾਂ ਤਾਂ ਤੁਹਾਡੇ ਇਸ ਸਫ਼ਰ ਬਾਰੇ ਜਾਣਨਾ ਚਾਹਾਂਗੇ ਕਿ ਚੰਡੀਗੜ੍ਹ ਤੋਂ ਕੇਰਲਾ ਦਾ ਸਫ਼ਰ ਕਿਹੋ ਜਿਹਾ ਰਿਹਾ ਤੁਹਾਡਾ? ਚੰਡੀਗੜ੍ਹ ਤੋਂ ਕੇਰਲਾ ਦਾ ਸਫ਼ਰ ਬੜਾ ਮਤਲਬ ਔਖਾ ਵੀ ਲੱਗਿਆ ਕਿ ਇੰਨੀ ਦੂਰ, ਕਿਉਂਕਿ ਮੈਂ 9 ਸਾਲ ਤੋਂ ਸਟੇਟ ਖੇਡ ਰਹੀ ਹਾਂ ਅਤੇ ਜਿੱਤ ਰਹੀ ਹਾਂ, ਹੈ ਨਾ। ਬਟ ਇੱਕ ਜਾਣਾ ਬੜਾ ਮੁਸ਼ਕਿਲ ਲੱਗਿਆ। ਪਰ ਮੇਰੇ ਦੇ ਨਾਲ ਦੀਆਂ ਸੀਗੀਆਂ ਪਲੇਅਰਸ, ਉਹਨਾਂ ਨੇ ਕਿਹਾ ਕਿ ਤੁਸੀਂ ਇੰਨੇ ਸਾਲ ਤੋਂ ਖੇਡ ਰਹੇ ਹੋ, ਵਾਈ ਡੋਂਟ ਯੂ ਟਰਾਈ, ਹੈ ਨਾ ਆਪਣਾ। ਅਤੇ ਮੈਂ ਕਈਆਂ ਤੋਂ ਸਲਾਹ ਲਈ ਜਿਹੜੇ ਸਪੋਰਟਸ ਡਿਪਾਰਟਮੈਂਟ ਸੀਗੇ, ਉਹ ਕਹਿੰਦੇ ਹਾਂ ਜਾਣਾ ਚਾਹੀਦਾ, ਤਾਂ ਹੀ ਤੁਹਾਨੂੰ ਪਤਾ ਲੱਗੂ ਕਿ ਤੁਹਾਡੀ ਸਟੈਂਡਿੰਗ ਕੀ ਹੈ। ਅਤੇ ਉੱਥੇ ਗਏ ਤਾਂ ਬਹੁਤ ਅੱਛਾ ਲੱਗਿਆ, ਕਿਉਂਕਿ ਵਰਲਡ ਕਲਾਸ ਸਟੇਡੀਅਮ ਸੀਗੇ ਜਿਹੜੇ ਕਿ ਇੱਥੇ ਤਾਂ ਦੇਖਣ ਨੂੰ ਵੀ ਨਹੀਂ ਮਿਲਦਾ ਚੰਡੀਗੜ੍ਹ ਤਾਂ। ਦੇਖੋ, ਜਿਵੇਂ ਬੱਚੇ ਕਹਿੰਦੇ ਹੁੰਦੇ ਆ ਕਿ ਜਦੋਂ ਅਸੀਂ ਕਿਤੇ ਹੋਰ ਜਾਂਦੇ ਹਾਂ ਕੰਪੀਟੀਸ਼ਨਸ, ਅਤੇ ਸਾਨੂੰ ਥੋੜ੍ਹਾ ਜਿਹਾ ਔਖਾ ਲੱਗਦਾ ਬਿਕੋਜ਼ ਵੀ ਆਰ ਨਾਟ ਯੂਜ਼ਡ ਟੂ। ਉਹੀ ਮੇਰੇ ਨਾਲ ਹੋਇਆ ਕਿ ਜਦੋਂ ਮੈਂ ਦੇਖਿਆ ਉੱਥੇ ਤਾਂ ਵਰਲਡ ਕਲਾਸ ਸੀਗਾ ਟਰੈਕ, ਮੈਨੂੰ ਤਾਂ ਇੰਝ ਲੱਗਿਆ ਕਿ ਇੱਥੇ ਭੱਜ ਹੀ ਨਹੀਂ ਸਕਦੇ, ਕਿਉਂਕਿ ਬਿਨਾਂ ਪ੍ਰੈਕਟਿਸ ਤੋਂ ਤੁਸੀਂ ਇੱਕਦਮ ਇੱਥੇ ਕੱਚੇ ਚੋਂ ਤੇ ਉੱਥੇ ਜਾ ਕੇ ਸਿੰਥੈਟਿਕ ਟਰੈਕ 'ਤੇ ਕਿਵੇਂ ਭੱਜਾਂਗੇ। ਅਤੇ ਮੇਰਾ ਮਾਈਂਡ ਫਿਰ ਹੋ ਗਿਆ ਕਿ ਨਹੀਂ, ਮੈਂ 100 ਮੀਟਰ ਲਾਉਣੀ ਨਹੀਂ। ਅਤੇ ਸੇਮ ਹੋਇਆ ਸਾਡਾ ਡਿਸਕਸ ਅਤੇ ਸ਼ਾਟਪੁੱਟ ਵੇਲੇ, ਉਹ ਵੀ ਬੜਾ ਡਿਫਰੈਂਟ ਸੀਗਾ ਅਤੇ ਲੱਗ ਰਿਹਾ ਸੀ ਔਖਾ, ਬਿਕੋਜ਼ ਅਸੀਂ ਯੂਜ਼ ਟੂ ਹੀ ਨਹੀਂ ਹੈਗੇ। ਇੱਥੇ ਆਪਣਾ ਬਹੁਤ ਵੈਰੀ ਸਿੰਪਲ ਹੈਗਾ ਅਤੇ ਉੱਥੇ ਔਖਾ ਲੱਗਿਆ। ਬਟ ਐਨੀਵੇਜ਼ ਮੈਂ ਸਾਰਿਆਂ 'ਚ ਪਾਰਟੀਸਪੇਟ ਕੀਤਾ। ਜੀ, ਜਿਵੇਂ ਮੈਮ ਤੁਸੀਂ ਦੱਸਿਆ ਹੈਗਾ ਤੁਸੀਂ ਡਿਸਕਸ ਥਰੋ ਸ਼ਾਟਪੁੱਟ ਤੇ ਜਿਹੜਾ 100 ਮੀਟਰ ਰੇਸ ਦੇ ਵਿੱਚ ਪਾਰਟੀਸਪੇਟ ਕੀਤਾ ਸੀਗਾ। ਮੈਮ, ਕਿੰਨੇ ਕੁ ਜਿਹੜੇ ਹੈਗੇ ਤੁਹਾਡੇ ਨਾਲ ਮੁਕਾਬਲੇਬਾਜ਼ ਸੀਗੇ ਜਿਨ੍ਹਾਂ ਨੇ ਹਿੱਸਾ ਲਿਆ ਅਤੇ ਜਿਨ੍ਹਾਂ ਦੇ ਵਿੱਚੋਂ ਤੁਸੀਂ ਜਿਹੜਾ ਸੋਨ ਤਗਮਾ ਹਾਸਲ ਕੀਤਾ? ਜਿੰਨਾ ਕੁ ਮੈਨੂੰ ਪਤਾ ਹੈ 15 ਕੁ ਸੀਗੀਆਂ, ਜਿੰਨਾ ਕੁ ਮੈਨੂੰ ਪਤਾ। ਹੋ ਸਕਦਾ ਵੱਧ ਹੋਣ, ਕਿਉਂਕਿ ਉਹਦਾ ਧਿਆਨ ਨਹੀਂ ਹੁੰਦਾ ਸਾਡਾ ਉੱਧਰ, ਉਹ ਆਪਣੇ ਏਮ ਵੱਲ ਹੁੰਦਾ ਹੈ ਨਾ। ਜੀ ਮੈਮ, ਇਸ ਨੂੰ ਹਾਸਲ ਕਰਨ ਦੇ ਲਈ ਤੁਹਾਨੂੰ ਕਿੰਨੀ ਕੁ ਮਿਹਨਤ ਤੇ ਕਿੰਨਾ ਕੁ ਸੰਘਰਸ਼ ਕਰਨਾ ਪਿਆ? ਕਿਉਂਕਿ ਕੋਈ ਵੀ ਸੋਨ ਤਗਮਾ ਹੁੰਦਾ ਆ, ਉਹਨੂੰ ਹਾਸਲ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ, ਤਾਂ ਤੁਸੀਂ ਕੇਰਲਾ ਦੀ ਧਰਤੀ 'ਤੇ ਜਾ ਕੇ ਇਸ ਨੂੰ ਹਾਸਲ ਕੀਤਾ ਹੈ। ਦਰਸ਼ਕੋ, ਮੈਂ ਤੁਹਾਨੂੰ ਦੱਸ ਦਿਆਂ ਕਿ ਮੈਮ ਹੋਰੀ ਕਿਸੇ ਬਿਮਾਰੀ ਤੋਂ ਵੀ ਪੀੜਤ ਹੋ ਗਏ ਸਨ। ਉਸ ਤੋਂ ਬਾਅਦ ਉਹਨਾਂ ਨੇ ਉਹਨੂੰ ਜਿਹੜਾ ਹੈ ਹਰਾਇਆ ਅਤੇ ਉਸ ਤੋਂ ਬਾਅਦ ਖੇਡਾਂ ਸ਼ੁਰੂ ਕੀਤੀਆਂ ਅਤੇ ਇਹ ਸੋਨ ਤਗਮਾ ਜਿਹੜਾ ਹੈ ਮੈਡਮ ਨੇ ਨੈਸ਼ਨਲ ਗੇਮਸ ਦੇ ਵਿੱਚੋਂ ਹਾਸਲ ਕੀਤਾ ਆ। ਮੈਡਮ, ਜਦੋਂ ਤੁਹਾਡੇ ਗਲ ਦੇ ਵਿੱਚ ਇਹ ਮੈਡਲ ਪਾਇਆ ਜਾ ਰਿਹਾ ਸੀਗਾ, ਉਦੋਂ ਮਨ ਦੇ ਵਿੱਚ ਕਿਹੜੀਆਂ ਭਾਵਨਾਵਾਂ ਅਤੇ ਕਿਹੜੇ ਜਜ਼ਬੇ ਸੀਗੇ? ਜਦੋਂ ਰਿਜ਼ਲਟ ਡਿਕਲੇਅਰ ਹੋਇਆ ਅਤੇ ਮੇਰਾ ਤਾਂ ਰੋਣ ਹੀ ਨਿਕਲ ਗਿਆ, ਬਿਕੋਜ਼ ਮੈਂ ਕਦੇ ਸੋਚਿਆ ਹੀ ਨਹੀਂ ਗਾ, ਕਿਉਂਕਿ ਬਚਪਨ 'ਚ ਵੀ ਇੱਕ ਮੇਰੀ ਹੌਬੀ ਸੀਗੀ ਸਪੋਰਟਸ, ਅਤੇ ਇਹ ਤਾਂ ਮੈਂ ਕਦੇ ਸੋਚਿਆ ਹੀ ਨਹੀਂ। ਬਿਕੋਜ਼ ਜਦੋਂ ਹੌਬੀ ਹੁੰਦੀ ਹੈ ਨਾ, ਤਾਂ ਤੁਸੀਂ ਅੱਗੇ ਨਹੀਂ ਸੋਚਦੇ ਵਧਣ ਲਈ। ਇਹ ਕਹਿੰਦੇ ਆ ਕਿ ਆਪਣੇ ਜਿੱਥੇ ਵੀ ਪੜ੍ਹ ਰਹੇ ਹੋ ਉਹਨਾਂ ਕੀ ਸੋਚ ਹੁੰਦੀ ਹੈ। ਬਟ ਮੈਂ ਹੁਣ ਮੇਰੀ ਥੋਟ ਕੁਛ ਹੋਰ ਹੈ। ਹੁਣ ਮੈਂ ਚਾਹੁੰਦੀ ਹਾਂ ਕਿ ਹਾਂ, ਨੈਸ਼ਨਲ ਇੰਟਰਨੈਸ਼ਨਲੀ ਮੈਂ ਜਾਣਾ ਹੈ। ਅਤੇ ਨੈਚੁਰਲੀ ਜਦੋਂ ਬੰਦੇ ਨੇ ਕਦੇ ਸੋਚਿਆ ਨਾ ਹੋਵੇ, ਅਤੇ ਸਡਨਲੀ ਸਾਡਾ ਪਲਾਨ ਬਣਿਆ ਕਿ ਚਲੋ ਕੇਰਲਾ ਜਾਂਦੇ ਹਾਂ ਨੈਸ਼ਨਲ, ਐਂਡ ਮੈਨੂੰ ਗੋਲਡ ਮੈਡਲ ਮਿਲਿਆ ਅਤੇ ਮੇਰੀ ਇੱਕ ਵਾਰ ਤਾਂ ਅੱਖਾਂ 'ਚ ਪਾਣੀ ਆ ਗਿਆ। ਅਤੇ ਕਿਉਂਕਿ ਮੇਰੇ ਕੋਲੇ ਵੀ ਕੋਈ ਜਿਹੜੀਆਂ ਨਾਲ ਦੀਆਂ ਪਲੇਅਰ ਸੀ, ਨੇੜੇ ਨਹੀਂ ਸੀ ਜਿਨ੍ਹਾਂ ਨਾਲ ਮੈਂ ਸ਼ੇਅਰ ਕਰਾਂ ਦੀ ਖੁਸ਼ੀ। ਆਈ ਵਾਜ਼ ਆਲ ਅਲੋਨ।
ਤੇ ਫਿਰ ਮੈਂ ਆਪਦੇ ਹਸਬੈਂਡ ਨੂੰ ਕਾਲ ਕੀਤਾ ਤੇ ਮੇਰਾ ਰੋਣ ਨਿਕਲ ਗਿਆ। ਤੇ ਕਹਿਣ ਦਾ ਮਤਲਬ ਸੀ ਮੈਨੂੰ ਖੁਸ਼ੀ ਉਹ ਹੋਈ, ਮੈਂ ਉਦੋਂ ਹੀ ਕੰਪੇਅਰ ਕੀਤਾ ਕਿ ਜਦੋਂ ਮਿਸ ਯੂਨੀਵਰਸ ਜਾਂ ਮਿਸ ਵਰਲਡ ਬਣਦੀ ਹੈ ਤਾਂ ਉਹਨਾਂ ਦੇ ਜਦੋਂ ਤਾਜ ਪਹਿਨਾਇਆ ਜਾਂਦਾ ਤਾਂ ਉਹ ਰੋਣ ਲੱਗ ਜਾਂਦੇ। ਆਪਾਂ ਕਹਿੰਦੇ ਰੋਣੇ ਕਿਉਂ, ਉਹੀ ਫੀਲਿੰਗ ਮੈਨੂੰ ਆਈ ਕਿ ਪਲੇਅਰਾਂ ਲਈ ਤਾਂ ਇਹ ਇੱਕ ਤਾਜ ਹੈ, ਸਾਡੇ ਲਈ ਇਦੋਂ ਵੱਡੀ ਹੋਰ ਚੀਜ਼ ਕੁਛ ਨਹੀਂ ਹੋ ਸਕਦੀ। ਸੋ ਮੈਨੂੰ ਵੀ ਉਹੀ ਖੁਸ਼ੀ ਹੋਈ ਜੋ ਉਹਨਾਂ ਨੂੰ ਹੋਊਗੀ, ਚਾਹੇ ਲੈਵਲ ਦਾ ਫਰਕ ਹੈ, ਚਾਹੇ ਨੈਸ਼ਨਲ ਸੀ ਉਹ ਇੰਟਰਨੈਸ਼ਨਲ, ਬਟ ਮੈਨੂੰ ਤਾਂ ਖੁਸ਼ੀ ਬਹੁਤ ਹੋਈ ਆਪਣੇ ਇਸ ਦੀ ਕਿ ਮੈਂ 3-4 ਦਿਨ ਮੈਨੂੰ ਸੰਭਾਲੀ ਨਹੀਂ ਗਈ ਖੁਸ਼ੀ। ਜੀ ਵਾਕਈ ਕਹਿੰਦੇ ਹੈਗੇ ਆ ਕਿ ਜਿਹੜਾ ਪਹਿਲਾ ਤਗਮਾ ਜਦੋਂ ਮਿਲਦਾ ਹੈ ਨਾ ਤਾਂ ਹਮੇਸ਼ਾ ਸਾਡੀ ਇੱਕ ਜ਼ਿਹਨ ਦੇ ਵਿੱਚ ਵਸ ਜਾਂਦਾ, ਹਮੇਸ਼ਾ ਸਾਨੂੰ ਯਾਦ ਰਹਿੰਦਾ ਹੈਗਾ ਆ। ਜਦੋਂ ਤੁਸੀਂ ਇਸ ਤਗਮੇ ਨੂੰ ਲੈ ਕੇ ਘਰ ਆਏ ਤਾਂ ਘਰ ਪਰਿਵਾਰ ਦੇ ਵਿੱਚ ਮਾਹੌਲ ਕਿਹੋ ਜਿਹਾ ਸੀਗਾ? ਪਹਿਲੀ ਤਾਂ ਗੱਲ ਹੈ ਮੇਰੇ ਲਈ ਇੰਨਾ ਇੰਪੋਰਟੈਂਟ ਸੀ, ਮੇਰੇ ਲਈ ਨਹੀਂ, ਜਿਹੜੀਆਂ ਨਾਲ ਮੇਰੇ ਨਾਲ ਟਰੈਵਲ ਕੀਤੀਆਂ 3 ਜਾਣੀਆਂ, ਅਸੀਂ ਸਾਡੇ ਪਰਸ ਵਿੱਚ ਸੀਗਾ ਮੈਡਲ, ਅਸੀਂ ਆਪਦੇ ਲੱਗੇਜ ਵਿੱਚ ਨਹੀਂ ਪਾਇਆ ਕਿ ਉਹ ਨਾ ਗੁੰਮ ਜੇ, ਉਹ ਗੁੰਮ ਸਕਦਾ ਪਰ ਇਹ ਨਾ ਗੁੰਮੇ, ਅਸੀਂ ਆਪਦੇ ਨਾਲ ਆਪਦੇ ਬੈਗ 'ਚ ਪਾਇਆ, ਪਰਸ 'ਚ। ਜਦੋਂ ਆਏ ਤੇ ਮੈਂ ਕਾਰ 'ਚ ਹੀ ਦਿਖਾਇਆ ਉਹਦੇ ਹਸਬੈਂਡ ਨੂੰ, ਹੈ ਨਾ। ਅਤੇ ਫਿਰ ਮੈਨੂੰ ਨਹੀਂ ਪਤਾ ਸੀ ਘਰ ਇਹਨਾਂ ਨੇ ਇੱਕ ਛੋਟੀ ਜਿਹੀ ਪਾਰਟੀ ਰੱਖੀ ਹੋਈ ਸੀਗੀ। ਮੈਨੂੰ ਸਮਝ ਨਾ ਆਇਆ ਕਿ ਕੁਛ ਲੱਗਦਾ ਤਾਂ ਹੈ ਐਕਟੀਵਿਟੀ, ਬਟ ਉਦੋਂ ਹੀ ਪਤਾ ਲੱਗਿਆ ਜਦੋਂ ਮੈਂ ਆਪਦਾ ਫਰੈਸ਼ ਹੋ ਕੇ ਆਈ ਤਾਂ ਸਾਡੇ ਜਿਹੜੇ ਕਲੋਜ਼ ਫੈਮਿਲੀ ਫਰੈਂਡਸ ਆ ਉਹ ਆ ਗਏ, ਇਹਨਾਂ ਨੇ ਪਾਰਟੀ ਰੱਖੀ ਹੋਈ ਅਤੇ ਬੱਚਿਆਂ ਨੇ ਕੇਕ ਲਿਆਂਦਾ, ਮੈਥੋਂ ਕਟਾਇਆ। ਅਤੇ ਇਹ ਜਿਹੜੀਆਂ ਇੰਨੀਆਂ ਗੁੱਡ ਮੈਮਰੀਜ਼ ਹੈ ਨਾ ਉਹ ਹਮੇਸ਼ਾ ਰਹਿਣਗੀਆਂ, ਕਿਉਂਕਿ ਇਹ ਮੇਰਾ ਫਸਟ ਮੈਡਲ ਹੈ ਹਾਈਐਸਟ ਜਿਹੜਾ, ਅਤੇ ਮੈਂ ਹਮੇਸ਼ਾ ਉਹ ਰਹਿਣਗੇ ਮੇਰੇ ਜ਼ਿਹਨ ਦੇ ਵਿੱਚ। ਜੀ ਮੈਮ ਇੱਕ ਚੀਜ਼ ਹੋਰ ਪੁੱਛਣਾ ਚਾਹਾਂਗੀ, ਜਿਵੇਂ ਤੁਸੀਂ ਦੱਸਿਆ ਹੈਗਾ ਤੁਸੀਂ ਕੇਰਲਾ ਗਏ ਸੀਗੇ, ਉੱਥੇ ਜਿਹੜਾ ਖਰਚਾ ਵਗੈਰਾ ਹੈਗਾ ਤੁਹਾਨੂੰ ਆਪ ਕਰਨਾ ਪੈਂਦਾ ਜਾਂ ਫਿਰ ਕੋਈ ਆਰਗੇਨਾਈਜੇਸ਼ਨ ਜਿਹੜੀ ਆ ਉਹ ਕਰਦੀ ਹੈਗੀ ਹੈ ਸਾਰਾ ਖਰਚਾ? ਇਹ ਤਾਂ ਸਾਡਾ ਆਪਣੇ ਓਨ ਹੀ ਹੈ, ਚਾਹੇ ਅਸੀਂ ਬਾਏ ਏਅਰ ਗਏ, ਰਹਿਣ ਦਾ ਸਭ ਕੁਛ ਆਪਣੇ ਆਪ ਸਾਨੂੰ ਕਰਨਾ ਪੈਂਦਾ। ਇਹੀ ਤਾਂ ਡਿਫਿਕਲਟੀ ਆਉਂਦੀ ਹੈ, ਜੇ ਇਹੀ ਸਾਨੂੰ ਪ੍ਰੋਪਰ ਜਗ੍ਹਾ 'ਤੇ ਠਹਿਰਾਇਆ ਜਾਵੇ ਤਾਂ ਬਹੁਤ ਅੱਛੀ ਗੱਲ ਹੈ। ਇਹ ਸਾਨੂੰ ਆਪਣੇ ਆਪ ਕਰਨਾ ਪਿਆ, ਇਹੀ ਤਾਂ ਮੁਸ਼ਕਿਲ ਆਉਂਦੀ ਹੈ, ਨਹੀਂ ਤਾਂ ਸ਼ਾਇਦ ਹੁਣ ਤੋਂ ਮੈਂ 9 ਸਾਲ ਪਹਿਲਾਂ ਹੀ ਜਾ ਆਉਂਦੀ। ਇਹੀ ਇੱਕ ਬੜਾ ਟਫ ਹੁੰਦਾ ਹੈ ਕਿ ਤੁਸੀਂ ਨਿਕਲਣਾ। ਜੀ ਮੈਮ ਇੱਕ ਚੀਜ਼ ਹੋਰ ਪੁੱਛਣਾ ਚਾਹਾਂਗੀ, ਜਿਵੇਂ ਤੁਸੀਂ ਚੰਡੀਗੜ੍ਹ ਦੇ ਵਿੱਚ ਪ੍ਰੈਕਟਿਸ ਕਰਦੇ ਹੈਗੇ ਹੋ, ਤੁਸੀਂ ਆਪਣੇ ਆਪ ਪ੍ਰੈਕਟਿਸ ਕਰਦੇ ਹੈਗੇ ਹੋ ਜਾਂ ਕਿਸੇ ਕੋਚ ਦੀ ਨਿਗਰਾਨੀ ਦੇ ਹੇਠ ਤੁਸੀਂ ਜਿਹੜਾ ਆ ਸਿਖਲਾਈ ਲੈਂਦੇ ਹੋ? ਨਹੀਂ, ਸੈਡ ਪਾਰਟ ਤਾਂ ਇਹ ਹੈ ਕਿ ਜਦੋਂ ਵੱਡੇ ਹੋ ਜਾਂਦੇ ਆ, ਮਾਸਟਰ ਐਥਲੀਟ ਕਹਾਉਂਦੇ ਆ ਤਾਂ ਉਦੋਂ ਨਹੀਂ ਸਾਨੂੰ ਕੋਈ ਮਤਲਬ ਸਿਖਾਉਂਦਾ। ਉਹੀ ਤਾਂ ਗੱਲ ਹੈ ਨਾ, ਕਿੰਨਾ ਫਰਕ ਹੈ। ਹੁਣ ਜਦੋਂ ਮੈਂ ਗਰਾਊਂਡ 'ਚ ਜਦੋਂ ਜਾਂਦੀ ਸੀ, ਹੁਣ ਤਾਂ ਯੂਜ਼ ਟੂ ਹੋ ਗਏ, ਤਾਂ ਬੜਾ ਫੀਲ ਹੁੰਦਾ ਸੀ ਕਿ ਜਦੋਂ ਯੰਗ ਹੁੰਦੇ ਆ ਤਾਂ ਉਦੋਂ ਕੋਚਸ ਨਹੀਂ ਤਾਂ ਸਿਖਾਇਆ ਜਿਹੜਾ ਹੁਣ ਤੱਕ ਕੰਮ ਆ ਰਿਹਾ, ਬਟ ਜਦੋਂ ਹੁਣ ਵੱਡੇ ਹੋ ਜਾਂਦੇ ਆ ਹੁਣ ਉਹ ਟੈਕਨੀਕ ਨਹੀਂ ਚੱਲਦੀ। ਉਦੋਂ ਮੈਂ ਡਿਸਕਸ ਥਰੋ ਘੁੰਮ ਕੇ ਸਿੱਟਦੀ ਹੁੰਦੀ ਸੀ, ਹੁਣ ਲੈਗਸ ਉਨੀ ਹੈ ਨਾ ਭਾਰ ਨਹੀਂ ਚੱਕਦੀਆਂ, ਤਾਂ ਫਿਰ ਨੈਚੁਰਲੀ ਹੁਣ ਖੜ੍ਹ ਕੇ ਸਿੱਟੀ ਦਾ। ਅਤੇ ਸ਼ਾਰਟਪਟ ਵੀ ਉਹੀ ਹੈ, ਇੰਨੀ ਟੈਕਨੀਕ ਹੁਣ ਆਪਣੇ ਹਿਸਾਬ ਨਾਲ ਹੀ ਕਰਨਾ ਪੈਂਦਾ ਕਿ ਜਿਹੜਾ ਸੌਖੇ ਹੀ ਸਿੱਟਿਆ ਜਾਵੇ। ਅਤੇ ਚਾਹੇ ਰਨਿੰਗ ਹੈ, ਕੁਛ ਵੀ ਹੈ, ਹੁਣ ਜ਼ਿਆਦਾ ਲੋਡ ਹੈ ਕਿਉਂਕਿ ਦਰਦ ਹੁੰਦਾ, ਹੁਣ ਮੇਰੇ ਬਾਂਹ 'ਤੇ ਦਰਦ ਹੁੰਦਾ ਰਹਿੰਦਾ, ਕਦੇ ਮੈਂ ਘਟਾਉਣੀ ਹੈ, ਚਾਹੇ ਸਪਰੇਆਂ ਕਰਦੀ ਹਾਂ, ਕੁਛ ਕਰਦੀ ਹਾਂ, ਬਟ ਮੈਂ ਕਹਿੰਦੀ ਹਾਂ ਚੱਲਣ ਦੇ ਬਸ, ਇਹ ਖੜ੍ਹੇ ਨਾ, ਦਰਦ ਉਰੂ ਤਾਂ ਚੱਲੂਗਾ ਕੋਈ ਨਹੀਂ ਜੀ। ਅਤੇ ਔਖਾ ਬਹੁਤ ਹੁੰਦਾ ਕਿਉਂਕਿ ਅਸੀਂ ਕੱਲ੍ਹ ਪਰਸੋਂ ਵੀ ਗੱਲ ਗਰਾਊਂਡ 'ਚ ਕਰ ਰਹੇ ਸੀਗੇ ਕਿ ਕੋਈ ਕੈਂਪ ਕੁੰਪ ਚਾਹੀਦਾ ਹੈ ਨਾ। ਇੰਨੀਆਂ ਆਰਗੇਨਾਈਜੇਸ਼ਨਸ ਆ ਚੰਡੀਗੜ੍ਹ 'ਚ ਮਾਸਟਰ ਐਥਲੈਟਿਕਸ ਜਿਹੜੀਆਂ ਕਰਾਉਂਦੇ ਆ, ਬਟ ਉਹਨਾਂ ਨੂੰ ਕੋਈ ਕੈਂਪ ਵੀ ਲਵਾਉਣਾ ਚਾਹੀਦਾ ਕਿ ਜਿਹਦੇ ਨਾਲ ਅਸੀਂ ਅਪਡੇਟ ਹੋ ਜਾਈਏ। ਏਜ ਦਾ ਬਹੁਤ ਫਰਕ ਹੁੰਦਾ, ਯੰਗ ਹੁੰਦੇ ਆ ਹੋਰ ਹੈ, ਹੁਣ ਅਸੀਂ ਖੜ ਕੇ ਸਿੱਟਣਾ ਹੁੰਦਾ ਤਾਂ ਸਾਨੂੰ ਲੋੜ ਹੈ। ਈਵਨ ਅਸੀਂ ਰੇਸ ਵੀ ਲਾਉਣੇ ਆ ਤਾਂ ਹੁਣ ਵੈਸੇ ਹੀ ਮਾੜੀ ਝੁੱਕ ਕੇ ਕਰਦੇ ਹਾਂ, ਉਦੋਂ ਤਾਂ ਪ੍ਰੋਪਰ ਉਵੇਂ ਲਾਉਂਦੇ ਸੀਗੇ, ਹੁਣ ਤਾਂ ਵੈਸੇ ਹੀ ਮਾੜਾ ਜਿਹਾ ਕਰਕੇ ਤੇ ਭੱਜ ਲਈਦਾ। ਜੀ ਮੈਂ ਇੱਕ ਚੀਜ਼ ਹੋਰ ਪੁੱਛਣਾ ਚਾਹਾਂਗੀ, ਜਿਵੇਂ ਬਹੁਤ ਸਾਰੇ ਬੱਚੇ ਖੇਡਾਂ ਦੇ ਵਿੱਚ ਹਿੱਸਾ ਲੈਂਦੇ, ਉਹਦੇ ਪਿੱਛੇ ਕੋਈ ਨਾ ਕੋਈ ਵਜ੍ਹਾ ਹੁੰਦੀ ਹੈ। ਉਹ ਸੋਚਦੇ ਹੈਗੇ ਕਿ ਸਾਨੂੰ ਸਰਟੀਫਿਕੇਟ ਮਿਲੇਗਾ, ਅੱਗੋਂ ਸਾਨੂੰ ਐਡਮਿਸ਼ਨ ਮਿਲ ਜਾਏਗੀ, ਜਾਂ ਸੋਚਦੇ ਆ ਕਿ ਅਸੀਂ ਸਪੋਰਟਸ ਦੇ ਵਿੱਚ ਆਪਣਾ ਭਵਿੱਖ ਬਣਾਉਣਾ ਆ। ਜਦੋਂ ਕੋਈ ਇਨਸਾਨ ਮਾਸਟਰਸ ਗੇਮਸ ਦੇ ਵਿੱਚ ਹਿੱਸਾ ਲੈਂਦਾ ਹੈਗਾ ਆ, ਉਹਦਾ ਵੀ ਕੋਈ ਖਾਸ ਪਰਪਸ ਹੁੰਦਾ ਹੈਗਾ ਆ? ਹਾਂ, ਮੈਂ ਕਈਆਂ ਨਾਲ ਗੱਲ ਕੀਤੀ ਹੈ, ਉਹ ਮੇਨਲੀ ਉਹਨਾਂ ਆਪਣੀ ਫਿਟਨੈਸ ਲਈ ਹੈ। ਜਿਵੇਂ ਇੱਕ ਅੰਕਲ ਹੈਗੇ ਆ, ਮੈਰਾਥਨ ਲਾਉਂਦੇ ਆ, ਉਹ ਵੀ ਤਾਂ ਆਫਟਰ ਰਿਟਾਇਰਮੈਂਟ ਲੱਗੇ ਸੀਗੇ, ਕਹਿੰਦੇ ਵੀ ਮੈਨੂੰ ਥੋੜ੍ਹਾ ਲੱਗਿਆ ਵੀ ਬਿਮਾਰੀਆਂ ਘੇਰਦੀਆਂ ਜਾ ਰਹੀਆਂ ਤਾਂ ਲੱਗੇ। ਅਤੇ ਜਿਹੜਾ ਮੇਰੇ ਅੰਦਰ ਆਇਆ ਆਫਟਰ ਜਦੋਂ ਕਿ 2013 ਵਿੱਚ ਮੈਂ ਕਹਿ ਲਓ ਮਰ ਕੇ ਹੀ ਬਚੀ ਹਾਂ, ਸੈਕਿੰਡ ਜਨਮ ਹੀ ਹੋਇਆ, ਤਾਂ ਮੇਰੇ ਅੰਦਰ ਵੀ ਕੁਛ ਆਇਆ ਕਿ ਮੈਂ ਹੁਣ ਪਾਰਟੀਸਪੇਟ ਕਰਨਾ ਹੈ। ਜਦ ਕਿ ਮੈਨੂੰ ਪ੍ਰੋਪਰਲੀ ਬੈਲੈਂਸ ਵੀ ਨਹੀਂ ਬਣਦਾ ਸੀ, ਮੈਂ ਸੋਚਿਆ ਭੱਜ ਤਾਂ ਨਹੀਂ ਸਕਦੀ, ਚਲੋ ਥਰੋਜ਼ ਹੀ ਕਰ ਲੂੰਗੀ, ਖੜ੍ਹ ਕੇ ਸਿੱਟਣੀ ਹੈ। ਅਤੇ ਉਹ ਇੱਕ ਮੇਰਾ ਖਿਆਲ ਹੈ, ਇਹ ਜੋ ਕੋਈ ਤੁਹਾਡੀ ਬਿਮਾਰੀ ਆਉਂਦੀ ਹੈ ਜਾਂ ਆਉਣ ਤੋਂ ਬਚਾਉਣ ਦੀ ਜਿਹੜੀ ਸਪੋਰਟਸ ਹੈ,
ਤੇ ਮੈਨੂੰ ਉਦੋਂ ਬਾਅਦ ਕਦੇ ਫੀਲ ਹੀ ਨਹੀਂ ਹੋਇਆ ਕਿ ਮੈਨੂੰ ਐਂ ਲੱਗਦਾ ਵੀ ਮੈਂ ਆਪਦੇ ਜਿਹੜੇ ਬਚਪਨ ਤੋਂ ਵੀ ਜ਼ਿਆਦਾ ਹੁਣ ਸਟਰੋਂਗ ਹੈ ਜੀ। ਉਦੋਂ ਤਾਂ ਚਲੋ ਸਾਰੇ ਹੀ ਹੁੰਦੇ ਆ, ਬਟ ਹੁਣ ਮੈਨੂੰ ਲੱਗਦਾ ਕਿ ਮੈਂ ਬਚਪਨ ਤੋਂ ਵੀ ਵੱਧ ਹੁਣ ਸਟਰੋਂਗ ਹੈ ਤੇ ਹੁਣ ਮੈਂ ਆਪਦਾ ਇਹੀ ਮੇਰੀ ਡੈਡੀਕੇਸ਼ਨ ਰਹੂਗੀ, ਐਂਡ ਤੱਕ ਮੈਂ ਆਪਦਾ ਸਪੋਰਟਸ ਕਰਦੇ ਹੀ ਰਹਿਣਾ। ਉੱਥੇ ਤੁਸੀਂ ਗਏ ਹੋਵੋਗੇ, ਬਹੁਤ ਸਾਰੀਆਂ ਤੁਹਾਡੀਆਂ ਯਾਦਾਂ ਵੀ ਜੁੜੀਆਂ ਹੋਣਗੀਆਂ, ਕੁਝ ਖੱਟੀਆਂ ਹੁੰਦੀਆਂ ਨੇ, ਕੁਝ ਮਿੱਠੀਆਂ ਹੁੰਦੀਆਂ ਨੇ। ਕਿਸੇ ਯਾਦ ਦੀ ਸਾਂਝ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਪਾਓ। ਕਈ ਹੈਗੀਆਂ ਥੋੜ੍ਹੀਆਂ ਜਿਹੀਆਂ ਕੌੜੀਆਂ ਯਾਦਾਂ ਵੀ ਇਹ ਕੇਰਲਾ ਦੇ ਟ੍ਰਿਪ ਜਿਹੜਾ ਮੈਂ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਮੈਂ ਉੱਥੇ 100 ਮੀਟਰ ਰੇਸ 'ਚ ਸੈਕਿੰਡ ਆਈ ਸੀਗੀ ਅਤੇ ਜਿੱਥੇ ਪੋਲੀਟਿਕਸ ਕਹਿ ਲਓ ਜਾਂ ਉੱਥੇ ਕੁਛ ਐਸਾ ਕਾਲਾ ਮਾਲਾ ਉਹਨਾਂ ਨੇ ਕੀਤਾ ਕਿ ਮੈਨੂੰ 4th ਕੱਢਤਾ, ਜਦ ਕਿ ਆਈ ਵਾਜ਼ ਸੈਕਿੰਡ ਇਨ ਮਾਈ ਏਜ ਗਰੁੱਪ। ਅਤੇ ਇਹ ਮੈਂ ਸੋਚ ਸਕਦੀ ਹਾਂ ਕਿ ਜੋ ਆਪਣੇ ਚੱਲ ਰਿਹਾ, ਜੋ ਬੱਚਿਆਂ ਨਾਲ ਕੁਛ ਵੀ ਹੈ ਨਾ, ਮੈਂ ਇਸ 'ਚ ਸੋਚ ਨਹੀਂ ਸਕਦੀ ਸੀ ਕਿ ਮਾਸਟਰ ਐਥਲੈਟ ਜਿਹੜੇ ਸਾਡੇ ਕੰਪੀਟੀਸ਼ਨਸ ਹੈ ਵੀ ਇੱਥੇ ਵੀ ਕੋਈ ਹੇਰਾਫੇਰੀ ਹੋਊਗੀ, ਪਰ ਇਹ ਮੇਰੇ ਨਾਲ ਹੋਈ ਹੈ। ਅਤੇ ਮੈਂ ਹਜੇ ਤੁਹਾਨੂੰ ਉਹਦੇ ਬਾਰੇ ਕੁਛ ਜ਼ਿਆਦਾ ਨਹੀਂ ਕਹਿਣਾ ਚਾਹੁੰਦੀ, ਪਰ ਮੇਰੇ 'ਤੇ ਅਸਰ ਬਹੁਤ ਹੋਇਆ ਇਸ ਚੀਜ਼ ਦਾ ਕਿ ਅਸੀਂ ਤਾਂ ਇਹਨਾਂ 'ਚੋਂ ਕੀ ਕੱਢਣਾ ਹੈ, ਅਸੀਂ ਤਾਂ ਆਪਦੇ ਅੱਗੇ ਚੱਲਣ ਲਈ ਹੈ, ਸਾਡੇ ਲਈ ਇਹ ਮੈਡਲਸ ਹੈ। ਸਾਨੂੰ ਅਸੀਂ ਰੋਜ਼ ਇਹਨਾਂ ਨੂੰ ਦੇਖਦੇ ਹਾਂ, ਸਾਨੂੰ ਇਹ ਉਤਸ਼ਾਹ ਦਿੰਦੇ ਹੈ ਕਿ ਅੱਗੇ ਹੁਣ ਨੈਕਸਟ ਕਦੋਂ ਹੈ। ਪਰ ਜਦੋਂ ਇਹੋ ਜਿਹਾ ਕੁਛ ਹੋ ਜਾਂਦਾ ਹੈ, ਇੱਕ ਧੱਕਾ ਤਾਂ ਲੱਗਦਾ ਕਿ ਜੇ ਸਾਡੇ ਨਾਲ ਤਾਂ ਬੱਚਿਆਂ ਨਾਲ ਕੀ ਹੁੰਦਾ ਹੋਊਗਾ। ਇਹ ਆਪਣੇ ਪਤਾ ਨਹੀਂ ਬਾਹਰਲੇ ਕੰਟਰੀਜ਼ ਦਾ, ਇੰਡੀਆ 'ਚ ਤਾਂ ਆਪਣੇ ਬਹੁਤ, ਮੈਂ ਕਹਿੰਦੀ ਇਹ ਗਲਤ ਹੋ ਰਿਹਾ। ਜੇ ਪਲੇਅਰਸ ਨਾਲ ਆਹ ਕੁਛ ਕਰਦੇ ਆ ਤਾਂ ਦਿਸ ਇਜ਼ ਵੈਰੀ ਸੈਡ, ਅਨਟੋਲਰੇਬਲ। ਇੱਥੋਂ ਤੇ ਉੱਥੋਂ ਦੇ ਗਰਾਊਂਡਸ ਦੇ ਵਿੱਚ ਤੁਸੀਂ ਕੀ ਫ਼ਰਕ ਮਹਿਸੂਸ ਕੀਤਾ ਸੀਗਾ? ਇਹ ਤਾਂ ਮੈਂ ਇੱਕ ਸਿੰਪਲ ਵਰਡਸ 'ਚ ਇਹ ਕਹਿ ਸਕਦੀ ਹਾਂ ਕਿ ਇਹ ਤਾਂ ਆਪਣਾ ਕਹਿ ਲਓ ਜੋ ਹਾਲ ਹੈ ਇੱਥੇ, ਉਹਨੂੰ ਗਰਾਊਂਡ ਨਹੀਂ ਕਹਿ ਸਕਦੇ। ਟਰੈਕ ਵੀ ਚਲੋ ਸਿੰਡਰ ਟਰੈਕ ਹੋਵੇ ਉਹ ਵੀ ਨਹੀਂ। ਜੇ 7th ਸੈਕਟਰ ਸੀਗਾ, ਅੱਜ ਕੱਲ੍ਹ ਹਾਲਾਤ ਇਹ ਹੋਏ ਪਏ ਆ ਉੱਥੇ ਕਿ ਮਿੱਟੀ ਉੱਡਦੀ ਹੈ, ਜਦੋਂ ਬੱਚੇ ਭੱਜਦੇ ਆ ਅਸੀਂ ਭੱਜ ਕੇ ਪਰੇ ਹੋ ਜਾਂਦੇ ਹਾਂ। ਅਸੀਂ 100 ਮੀਟਰ 200 ਲਾ ਹੀ ਨਹੀਂ ਸਕਦੇ ਬਿਕੋਜ਼ ਇੰਨਾ ਬੱਚਿਆਂ ਦੇ ਸਪਰੇਨ ਆਏ ਹੋਏ, ਬੁਰੇ ਹਾਲ ਹੈ। ਅਤੇ ਨੈਚੁਰਲੀ ਸਾਨੂੰ ਤਾਂ ਬਹੁਤ ਜ਼ਮੀਨ ਸਮਾਨ ਦਾ ਫ਼ਰਕ ਲੱਗਣਾ ਹੈ। ਵੀ ਜੇ ਮੈਂ ਸੋਚਦੀ ਹੁੰਦੀ ਹਾਂ ਵੀ ਜੇ ਸਾਡੇ ਇੱਥੇ ਹੁੰਦਾ ਇਹ ਟਰੈਕ ਸਿੰਥੈਟਿਕ ਤਾਂ ਮਤਲਬ ਕਿੰਨਾ ਮਜ਼ਾ ਆਉਂਦਾ। ਉਹ ਕਦੋਂ ਉਹ ਟਾਈਮ ਆਊਗਾ ਕਿ ਇੱਥੇ ਸਾਨੂੰ ਵੀ ਉਹ ਫੈਸਿਲਿਟੀਜ਼ ਮਿਲਣਗੀਆਂ ਕਿ ਮੁੜ ਕੇ ਕਿਤੋਂ ਅਸੀਂ ਬਾਹਰ ਜਾਵਾਂਗੇ ਤਾਂ ਸਾਨੂੰ ਇੰਨਾ ਡਿਫਰੈਂਸ ਨਹੀਂ ਲੱਗੂਗਾ। ਮਨ ਬਹੁਤ ਔਖਾ ਹੁੰਦਾ ਕਿ ਆਪਾਂ ਚੰਡੀਗੜ੍ਹ ਕਹਿੰਦੇ ਬਿਊਟੀਫੁਲ ਸਿਟੀ ਹੈ, ਇੱਥੇ ਆਹ ਹੈ, ਉੱਥੇ ਉਹ ਹੈ। ਇੱਕ ਬੇਸਿਕ ਚੀਜ਼ ਹੈ, ਇੱਕ ਟਰੈਕਸ ਹੈ ਜਿਹੜੇ ਉਹ ਤੁਸੀਂ ਕਿਸੇ ਸਟੇਡੀਅਮ 'ਚ, ਈਵਨ ਪੰਜਾਬ ਯੂਨੀਵਰਸਿਟੀ ਨੂੰ ਵੀ ਤੁਸੀਂ ਕਹਿ ਦਿੰਦੇ ਹੋ ਜੀ ਗੌਰਮੈਂਟ ਨਹੀਂ ਦਿੰਦੀ, ਪੰਜਾਬ ਗੌਰਮੈਂਟ ਨਹੀਂ ਦਿੰਦੀ ਪੈਸੇ, ਇਹ ਉਹ ਵੀ ਭਾਈ ਯੂਟੀ ਨੂੰ ਤਾਂ ਤੁਹਾਨੂੰ ਸਾਰੇ ਦਿੰਦੇ ਹੋਣੇ ਆ। ਫਿਰ ਇੱਥੇ ਹਾਲ ਕੀ, ਇੱਥੇ ਪਾਣੀ ਵੀ ਨਹੀਂ ਲਗਾ ਸਕਦੇ ਟਰੈਕ 'ਚ। ਸਾਨੂੰ ਬਹੁਤ ਫੀਲ ਹੁੰਦਾ, ਬਟ ਇਹ ਹੈ ਕਿ ਸਾਡੇ ਕੋਲ ਕੋਈ ਆਲਟਰਨੇਟਿਵ ਨਹੀਂ ਹੈ। ਅਸੀਂ ਫਿਰ ਵੀ ਉਸੇ 'ਚ ਜਾ ਕੇ ਪ੍ਰੈਕਟਿਸ ਕਰਨੀ ਪੈਂਦੀ ਹੈ। ਇਹ ਨਹੀਂ ਹੁੰਦਾ ਕਿ ਹੁਣ ਹਰ ਇੱਕ ਚੀਜ਼ ਦਾ ਹੱਲ ਕੋਈ ਧਰਨੇ ਲਾ ਕੇ ਹੀ ਹੁੰਦਾ ਹੈ। ਪਲੇਅਰ ਇੰਨੇ ਵਿਚਾਰੇ ਸ਼ਰੀਫ ਹੈ ਕਿ ਉਹ ਮਤਲਬ ਅੰਦਰੋਂ ਅੰਦਰ ਹੀ ਉਹ ਦੁਖੀ ਹੋ ਰਹੇ ਆ, ਉਹਨਾਂ ਦੇ ਪੇਨ, ਉਹਦੇ ਬੱਚੇ ਆ ਕੇ ਦੱਸਦੇ ਆ ਸਾਡਾ ਆਹ ਹੋ ਗਿਆ। ਫੀਲ ਸੋ ਬੈਡ ਬਿਕੋਜ਼ ਅਸੀਂ ਖੁਦ ਇਹ ਚੀਜ਼ ਫੇਸ ਕਰ ਰਹੇ ਹਾਂ। ਜੋ ਥਰੋਜ਼ ਕਰਦੇ ਹਾਂ, ਖਾਸ ਸ਼ਾਰਟ ਪੁੱਟ, ਤਾਂ ਮਿੱਟੀ ਉੱਡਦੀ ਹੈ, ਸਿੱਟਦੇ ਹਾਂ, ਅਸੀਂ ਪਰੇ ਹੋ ਜਾਂਦੇ ਹਾਂ। ਮਤਲਬ ਵੀ ਆਰ ਰੀਅਲੀ ਕੋਈ ਹਾਲ ਨਹੀਂ ਹੈ, ਬਟ ਮੈਂ ਕਹਿੰਦੀ ਵੀ ਆਰ ਸਟਿਲ ਸਟਰੋਂਗ ਕਿ ਅਸੀਂ ਜੂਝ ਰਹੇ ਹਾਂ ਇਸ ਚੀਜ਼ ਨਾਲ। ਬਟ ਇਹੀ ਮੈਂ ਤਾਂ ਕਹੂੰਗੀ ਕਿ ਜੇ ਕੋਈ ਸੁਣਦਾ ਹੈ ਕਿ ਪਲੀਜ਼ ਆਪਣਾ ਜਿਵੇਂ ਹਰਿਆਣੇ 'ਚ ਇੰਨੇ ਅੱਛੇ ਤਾਊ ਸਟੇਡੀਅਮ ਹੈਗਾ ਹੈ ਨਾ, ਉਵੇਂ ਬਣਾਓ। ਇੱਥੇ ਘਾਟਾ ਕੁਛ ਨਹੀਂ ਹੈ, ਬਟ ਇੱਥੇ ਨਿਗਲੈਕਟਡ ਹੈ। ਹਮ ਅਖੀਰ ਦੇ ਵਿੱਚ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਤਾਂ ਸਭ ਨੂੰ ਇਹੀ ਕਹੂੰਗੀ ਕਿ ਚਾਹੇ ਬੱਚੇ ਹੈ ਚਾਹੇ ਵੱਡੇ ਹੈ, ਆਪਦਾ ਮਤਲਬ ਹਰੇਕ ਨੂੰ ਜੋ ਕਰ ਸਕਦੇ ਹੈ, ਜਿਹੜੇ ਠੀਕ ਹੈ ਜੋ ਭੱਜ ਨਹੀਂ ਸਕਦੇ ਐਟਲੀਸਟ ਉਹ ਵੋਕ ਕਰਨ। ਅਤੇ ਕਦੇ ਕਿਸੇ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਇਹ ਤਾਂ ਮਤਲਬ ਬਚਪਨ ਦੀਆਂ ਹੀ ਗੱਲਾਂ ਹੈ। ਇਹ ਤਾਂ ਲਾਈਫ ਲੌਂਗ ਹੁੰਦਾ। ਜਿਹੜੇ ਸਾਡੇ ਨਾਲ ਜਿਹੜੇ ਵੀ ਪਾਰਟੀਸਪੇਟ ਕਰਦੇ ਆ ਬਹੁਤ ਵੱਡੇ, ਅਸੀਂ ਤਾਂ ਕਹਿੰਦੇ ਅਸੀਂ ਤਾਂ ਬਹੁਤ ਉਦੋਂ ਛੋਟੇ ਹਾਂ, ਜਿਹੜੇ ਚੱਲ ਵੀ ਨਹੀਂ ਸਕਦੇ ਇੰਨੇ ਓਲਡ ਹੈ, ਉਹ ਵੀ ਪਾਰਟੀਸਪੇਟ ਕਰਦੇ ਆ। ਅਸੀਂ ਤਾਂ ਹੈਰਾਨ ਹੋ ਜਾਂਦੇ ਕਈ ਵਾਰੀ ਕਿ ਇਹ ਤੁਰ ਨਹੀਂ ਸਕਦੇ ਅਤੇ ਪਾਰਟੀਸਪੇਟ ਕਿਵੇਂ ਕਰਨਗੇ। ਹੁਣ ਜੇ ਮੈਂ ਕਿਸੇ ਤੋਂ ਇੰਸਪਾਇਰ ਹੋਈ ਹਾਂ ਤਾਂ ਮੈਂ ਮਾਨ ਕੌਰ ਜੀ ਤੋਂ ਹੋਈ ਹਾਂ ਅਤੇ ਜਾਂ ਮਿਸਟਰ ਫੌਜਾ ਸਿੰਘ ਤੋਂ। ਮੈਂ ਉਹਨਾਂ ਨੂੰ ਦੇਖਦੀ ਹਾਂ ਜਿਹੜੇ ਬਹੁਤ ਹੀ ਕਹਿ ਲਓ ਵੀ ਇੰਪੋਸੀਬਲ ਹੈਗੇ ਆ, ਉਹਨਾਂ ਨੂੰ ਦੇਖ ਕੇ ਮੇਰੇ 'ਚ ਉਤਸ਼ਾਹ ਹੈ। ਪਲੱਸ ਮੈਂ ਗਰਾਊਂਡ 'ਚ ਵੀ ਪੈਰਾ ਐਥਲੀਟਸ ਹੈ ਜਿਹੜੇ ਪ੍ਰੋਪਰਲੀ ਭੱਜ ਨਹੀਂ ਸਕਦੇ, ਮੈਂ ਉਹਨਾਂ ਨੂੰ ਦੇਖ ਕੇ ਜ਼ਿਆਦਾ ਇੰਸਪਾਇਰ ਹੁੰਦੀ ਹਾਂ ਕਿ ਦੇਖੋ
ਇਹ ਕਰ ਸਕਦੇ ਆ ਤਾਂ ਚੰਗੇ ਭਲੇ ਤਾਂ ਕੀ ਨਹੀਂ ਕਰ ਸਕਦੇ। ਮੈਮ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸੋ ਮਚ ਜੀ ਦਰਸ਼ਕੋ, ਵਾਕਈ ਕਹਿੰਦੇ ਆ ਕਿ ਇਨਸਾਨ ਨੂੰ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਹਾਰ ਨਹੀਂ ਮੰਨਣੀ ਚਾਹੀਦੀ। ਜਦੋਂ ਇਨਸਾਨ ਹੌਸਲੇ ਨਾਲ ਕੋਈ ਵੀ ਕੰਮ ਕਰਦਾ ਤਾਂ ਉਸ ਨੂੰ ਜਿੱਤ ਜਿਹੜੀ ਹੈ ਜ਼ਰੂਰ ਮਿਲਦੀ ਹੈ। ਜਿਵੇਂ ਮੈਡਮ ਉਹਨਾਂ ਨੇ ਦੱਸਿਆ ਹੈਗਾ ਕਿ ਉਹ ਪਹਿਲੀ ਵਾਰੀ ਕੇਰਲਾ ਗਏ ਸੀਗੇ ਤੇ ਉੱਥੋਂ ਇਹ ਤਗਮਾ ਜਿੱਤ ਕੇ ਲੈ ਕੇ ਆਏ ਹੈ। ਦਰਸ਼ਕੋ, ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਉਦੇਸ਼ ਮਿੱਥ ਲਓ, ਕੋਈ ਟੀਚਾ ਰੱਖ ਲਓ